ਅਫਸੋਸਨਾਕ ਵਾਕਿਆ ਇੱਕ ਬੱਚੀ ਨੂੰ ਜਿਹੜਾ ਨਾ ਉਹ ਫਾਇਰ ਲੱਗਾ ਹੈ ਹਵਾਈ ਫਾਇਰਿੰਗ ਦੀ ਜ਼ਿਆਦਾ ਚਾਹੀਏ। ਬਿਲਕੁਲ। ਕਿੰਨੀ ਉਮਰ ਬਾਬਾ ਜੀ ਤੁਹਾਡੀ? 82 ਸਾਲ। 82 ਸਾਲ ਤੁਹਾਡੀ ਉਮਰ ਹੈ। ਬੱਚੀ ਗੇਟ ਦੇ ਵਿੱਚ ਖੜੀ ਸੀ ਤੇ ਫਾਇਰ ਕਿਤੇ ਨੀਚੇ ਕਰ ਰਹੇ ਸੀਗੇ, ਉਹ ਬੱਚੀ ਦੇ ਲੱਗਾ ਫਾਇਰ ਤੇ ਬੱਚੀ ਉੱਥੇ ਮੌਕੇ ਤੇ ਹੀ ਡੈਥ ਹੋ ਗਈ। ਕਾਇਦੇ ਆਜ਼ਮ ਨੇ ਕਰਾਰਦਾਦ ਦਿੱਤੀ ਸੀ ਅੱਛਾ। ਕਿ ਮੁਸਲਮਾਨ ਦਾ ਵੱਖਰੇ ਮੁਲਕ ਬਣਾਇਆ ਜਾਵੇ ਤੇ ਹਿੰਦੂਆਂ ਦਾ ਵੱਖਰੇ। ਅੱਛਾ ਜੀ। अस्सलाम वालेकुम। तो यार अज ना मैंने बड़ी थोड़ी जल्दी है, मैं जाना थोड़ा जिहा प्रोग्राम मुजरम कौन तो ऑफिस जल्दी बुलाया वा, तो इस वास्ते मैं थोड़ा जिहा जल्दी उठिया वा तो हुण मैं जल्दी चलना ऑफिस। तो मोटू आ गया मेरे को, पर मोटू ने मेरे को टाइम नहीं है कि मैं मोटू ਨੂੰ देवां क्योंकि टीम आ गई बाहर, मेरे अज घर के बाहर ही आ गई, मैंने इत्थों लैके जा रही है। तो चले अज असी थोड़ा दूर तांदलियां तो अगे दरिया रावी है, उत्थे चले आ, उत्थे असी करना प्रोग्राम। तो उत्थे 2 बच्चे मर्डर हो गए उन्होंने के हवाले नाल, ते करके बाकी देखते हैं आप उत्थे जाके की होंदा वा ते कित्थे कित्थे जाने आ। ते आओ फिर चलिए। ਅਸੀਂ ਮੁਜਰਮ ਕੌਣ ਪ੍ਰੋਗਰਾਮ ਤੇ ਕਰਨ ਆਏ ਸੀ, ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਘਰ ਦੇ ਵਿੱਚੋਂ ਨਿਕਲਣ ਵਕਤ ਤੇ ਕਿ ਟੀਮ ਮੈਨੂੰ ਲੈਣ ਆ ਰਹੀ ਤੇ ਟੀਮ ਆ ਗਈ ਸੀ ਲੈ ਕੇ, ਤੇ ਹੁਣ ਅਸੀਂ ਪਹੁੰਚ ਗਏ ਇੱਥੇ ਤਾਂਦਲੇ ਦੇ ਕੋਲ। ਅਸੀਂ ਪਹੁੰਚ ਗਏ ਹਾਂ, ਧੁੱਪ ਬੜੀ ਤੇਜ਼ ਅੱਜ ਨਿਕਲੀ, ਅੱਲਾ ਦਾ ਸ਼ੁਕਰ ਹੈ ਕਿ ਠੰਡ ਕੁਛ ਘਟੀ ਆ ਤੇ ਪਹੁੰਚੇ ਆ। ਤੇ ਤੁਸੀਂ ਦੇਖਦੇ ਕਿ ਮੌਸਮ ਪ੍ਰੋਡਿਊਸਰ ਮੇਰੇ ਨਾਲ ਹੈਗਾ, ਠੀਕ ਹੈ। ਬਾਕੀ ਆ ਗੱਡੀ ਸਾਡੇ ਆਫਿਸ ਦੀ ਹੈਗੀ ਹੈ ਤੇ ਅਸੀਂ ਆਏ ਹੋਏ ਹਾਂ ਹੁਣ ਇੱਥੇ ਮੁਜਰਮ ਕੌਣ ਪ੍ਰੋਗਰਾਮ ਕਰਕੇ। ਅੱਗੇ ਜਾਂਦੇ ਹਾਂ, ਹੁਣ ਅੱਗੇ ਵੇਖਦੇ ਅੱਗੇ ਕਿੱਥੇ ਜਾ ਕੇ ਪ੍ਰੋਗਰਾਮ ਹੁੰਦਾ ਵਾ ਤੇ ਕਿੱਥੇ ਇਹ ਵਾਕਿਆ ਹੋਇਆ ਸੀ, ਦੇਖਦੇ ਅੱਗੇ ਜਾ ਕੇ। ਤੇ ਪਹੁੰਚੇ ਅਸੀਂ ਹੁਣ ਪਿੰਡ ਦੇ ਵਿੱਚ, ਤੇ ਤੁਸੀਂ ਵੇਖਦੇ ਹੋਣੇ ਕਿ ਪਿੰਡ ਦੇ ਵਿੱਚ ਸਾਰੀ ਹਰਿਆਲੀ ਹਰਿਆਲੀ ਤੇ ਹਰ ਪਾਸੇ ਹੀ ਹਰਿਆਲੀ ਹੈਗੀ ਆ, ਤੇ ਬੜੀ ਅੱਜ ਤੇ ਧੁੱਪ ਵੀ ਬੜੀ ਤੇਜ਼ ਨਿਕਲੀ ਹੋਈ ਆ। ਤੇ ਅਸੀਂ ਪਿੰਡ ਪਹੁੰਚੇ ਸੀ, ਇੱਥੇ ਤਾਂਦਲਿਆਂ ਦੇ ਕੋਲ ਇੱਕ ਪਿੰਡ ਹੈਗਾ ਵਾ। ਇੱਥੇ ਪਿੰਡ ਦੇ ਵਿੱਚ ਵਕੂਆ ਇਹ ਹੋਇਆ ਸੀਗਾ ਕਿ ਸ਼ਾਦੀ ਸੀਗੀ ਇੱਕ ਘਰ ਦੇ ਵਿੱਚ, ਤੇ ਸ਼ਾਦੀ ਦੇ ਵਿੱਚ ਉੱਥੇ ਉਹਨਾਂ ਨੇ ਫਾਇਰਿੰਗ ਕਰ ਰਹੇ ਸੀਗੇ ਕਿ ਫਾਇਰਿੰਗ ਰੋਕ ਰਹੇ ਸੀ, ਯਾਰ ਸ਼ਾਦੀ ਤੇ ਫਾਇਰਿੰਗ ਨਾ ਕਰੋ, ਫਾਇਰਿੰਗ ਕਰਨਾ ਬਿਲਕੁਲ ਨਜਾਇਜ਼ ਹੈਗਾ। ਔਰ ਉਹ ਫਿਰ ਵੀ ਫਾਇਰਿੰਗ ਕਰੀ ਜਾਂਦੇ ਸੀ। ਫਾਇਰਿੰਗ ਕਰਨ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ, ਫਾਇਰਿੰਗ ਹੋ ਰਹੀ ਸੀ ਤੇ ਘਰ ਦੇ ਵਿੱਚ ਇੱਕ ਬੱਚੀ ਖੜੀ ਸੀ, ਔਰ ਜਿਹੜੀ ਬੱਚੀ ਸੀ ਬੱਚੀ ਗੇਟ ਦੇ ਵਿੱਚ ਖੜੀ ਸੀ ਤੇ ਫਾਇਰ ਕਿਤੇ ਨੀਚੇ ਕਰ ਰਹੇ ਸੀਗੇ, ਉਹ ਬੱਚੀ ਦੇ ਲੱਗਾ ਫਾਇਰ ਤੇ ਬੱਚੀ ਉੱਥੇ ਮੌਕੇ ਤੇ ਹੀ ਡੈਥ ਹੋ ਗਈ। ਤੇ ਉਹਦੀ ਵਜ੍ਹਾ ਤੋਂ ਅਸੀਂ ਇੱਥੇ ਆਏ ਸੀ ਮੁਜਰਮ ਕੌਣ ਪ੍ਰੋਗਰਾਮ ਕਰਨ, ਤੇ ਮੁਜਰਮ ਕੌਣ ਪ੍ਰੋਗਰਾਮ ਕੀਤਾ। ਹੁਣ ਅਸੀਂ ਜਾਣਾ ਥਾਣੇ ਤੇ ਜਾ ਕੇ ਥਾਣੇ ਵੇਖਦੇ ਹਾਂ। ਇਹ ਜੀ ਪਿੰਡ ਤਾਂਦਲਿਆਂ ਵਾਲੇ ਦੇ ਕੋਲ ਪਿੰਡ ਹੈਗਾ ਵਾ, ਤੇ ਇੱਥੇ ਬੱਚੀ ਦਾ ਕਤਲ ਹੋਇਆ ਵਾ, ਕਤਲ ਹੋਇਆ ਜਾਂ ਗਲਤੀ ਨਾਲ ਫਾਇਰ ਵੱਜ ਗਿਆ ਉਹਨੂੰ। ਤੇ ਪਿੰਡ ਦੇ ਵਿੱਚ ਅਸੀਂ ਆਏ ਹੋਏ ਸੀ ਇੱਥੇ ਪ੍ਰੋਗਰਾਮ ਕਰਨ ਮੁਜਰਮ ਕੌਣ, ਤੇ ਮੁਜਰਮ ਕੌਣ ਪ੍ਰੋਗਰਾਮ ਕੀਤਾ। ਤੇ ਹੁਣ ਅਸੀਂ ਚੱਲੇ ਹਾਂ ਥਾਣੇ। ਤੁਸੀਂ ਦੇਖਦੇ ਹੋਣੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਲੋਕ ਰਹਿ ਰਹੇ ਨੇ, ਹਾਲੇ ਵੀ ਕੱਚੀਆਂ ਦੀਵਾਰਾਂ ਤੇ ਕੱਚੇ ਮਕਾਨ ਹਾਲੇ ਵੀ ਇੱਥੇ ਮੌਜੂਦ ਹੈਗੇ ਨੇ। ਤੇ ਤੁਸੀਂ ਵੇਖਦੇ ਹੋਣੇ ਕਿ ਇਹ ਦੇਖੋ ਕਿ ਇਹ ਪਿੰਡ ਦੇ ਵਿੱਚ ਲੋਕ ਹਾਲੇ ਵੀ ਇੱਥੇ ਬੈਠੇ ਹੋਏ ਨੇ ਇਸ ਤਰ੍ਹਾਂ ਹੀ, ਜਿਸ ਤਰ੍ਹਾਂ ਮਤਲਬ ਕਿ ਡੇਰਿਆਂ ਦੇ ਉੱਤੇ ਲੋਕ ਹੁੰਦੇ ਸੀਗੇ, ਹਾਲੇ ਵੀ ਡੇਰੇ ਬਣੇ ਹੋਏ ਆ, ਕਿਸ ਤਰ੍ਹਾਂ ਲੋਕ ਡੇਰਿਆਂ 'ਤੇ ਬੈਠੇ ਹੋਏ ਆ। ਤੇ ਇੱਧਰ ਤੁਸੀਂ ਦੇਖਦੇ ਹੋਣੇ ਕਿ ਮੱਝਾਂ ਦੇਖੋ, ਸਾਰੇ ਜਾਨਵਰ ਵਗੈਰਾ ਬੰਨੇ ਹੋਏ ਆ, ਬੱਕਰੀ ਆ, ਉਹ ਗਾਏ ਵਗੈਰਾ ਇਹ ਉਹ ਸਾਰੇ ਇੱਥੇ ਹੈਗੇ। ਪਿੰਡ 'ਚ ਅਸੀਂ ਹੁਣ ਨਿਕਲਣ ਲੱਗੇ ਤੇ ਪਿੰਡ 'ਚੋਂ ਨਿਕਲ ਕੇ ਅਸੀਂ ਹੁਣ ਜਾਣਾ ਥਾਣੇ। ਤੇ ਆਓ ਹੁਣ ਥਾਣੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ। ਦੇਖੋ ਜੀ ਕੱਚੀਆਂ ਦੀਵਾਰਾਂ ਹਾਲੇ ਇਸ ਤਰ੍ਹਾਂ ਸਰੁੰਗਾਂ ਬਣੀਆਂ ਹੁੰਦੀਆਂ, ਤੇ ਆਓ ਫਿਰ ਹੁਣ ਚਲੀਏ, ਹੁਣ ਥਾਣੇ ਜਾਂਦੇ ਹਾਂ। ਥਾਣੇ ਜਾ ਕੇ ਵੇਖਦੇ ਹਾਂ ਤੇ ਦੇਖੋ ਪਿੰਡ ਦਾ ਕਿੰਨਾ ਖੂਬਸੂਰਤ ਵਿਊ। ਤੁਸੀਂ ਪਿੰਡ ਦੇ ਵਿੱਚ ਵੇਖਦੇ ਹੋਣੇ ਆ ਕਿ ਆ ਨਾਲ ਤੇ ਮੋਟਰ ਵੀ ਚੱਲ ਰਹੀ ਆ, ਔਰ ਲੋਕਾਂ ਨੇ ਆਪਣੇ ਕੱਪੜੇ ਵਗੈਰਾ ਜਿਹੜੇ ਕਿਸ ਤਰ੍ਹਾਂ ਧੋ ਕੇ ਸੁੱਕਣੇ ਪਾਏ ਹੋਏ ਆ। ਮੋਟਰਵੇ ਦੀ ਜਿਹੜੀ ਹੈ ਨਾ ਤਾਰ ਬਾੜ ਜਿਹੜੀ ਹੁੰਦੀ ਬਾੜ, ਉਹਦੇ ਤੇ ਪਾਏ ਹੋਏ ਆ। ਉਹਦਾ ਬਿਹਤਰੀਨ ਇਸਤੇਮਾਲ ਕੀਤਾ ਜਾ ਰਿਹਾ ਵਾ ਤੇ ਪਾ ਰਿਹਾ। ਦੇਖੋ ਤੁਸੀਂ ਇੱਥੇ ਨਲਕੇ ਨੁਲਕੇ ਲੱਗੇ ਹੋਏ ਆ, ਤੇ ਬਾਕੀ ਜਾਨਵਰ ਇੱਥੇ ਬੰਨੇ ਹੋਏ ਆ। ਬੱਚੇ ਆ ਵਾ ਤੁਹਾਡੇ? ਤੇ ਆਹ ਦੇਖੋ ਹੁਣ ਅੱਗੇ ਕਿੱਦਾਂ ਜਾਂਦੇ ਪਏ। ਤੇ ਰੋਡ ਦੇਖੋ, ਰੋਡ ਨਿੱਕਾ ਜਿਹਾ ਰੋਡ ਹੈਗਾ ਵਾ, ਤੋਂ ਵੀ ਕੱਚਾ ਰੋਡ ਆ, ਤੇ ਜਿਹਦੇ ਤੁਸੀਂ ਜਾ ਰਹੇ ਹੁਣ ਵਾਪਸ ਅਸੀਂ ਥਾਣੇ ਜਾ ਰਹੇ ਹਾਂ। ਬਾਕੀ ਥਾਣੇ ਜਾ ਕੇ ਵੇਖਦੇ ਹਾਂ ਉੱਥੇ ਜਾ ਕੇ ਕੀ ਬਣਦਾ। ਹੁਣ ਪਿੰਡ ਦੇ ਵਿੱਚੋਂ ਨਿਕਲੇ ਤੇ ਮੇਰੇ ਨਾਲ ਸਵੀ ਬਾਈ ਆ, ਮੁਜਰਮ ਕੌਣ ਪ੍ਰੋਗਰਾਮ ਦੇ ਐਂਕਰ ਆ। ਸਵੀ ਬਾਈ, ਕਿੱਦਾਂ ਦਾ ਪ੍ਰੋਗਰਾਮ ਰਿਹਾ ਆਪਣਾ ਜਿਹੜਾ ਆਪਾਂ ਨੇ ਅੱਜ ਕੀਤਾ ਹੈਗਾ? ਯਾਰ ਪ੍ਰੋਗਰਾਮ ਓਬਵੀਅਸਲੀ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਜਿਹੜੇ ਦੁੱਖ ਤਕਲੀਫ ਦੇ ਮਾਰੇ ਲੋਕ ਹੁੰਦੇ ਨੇ, ਪਹਿਲੇ ਤੁਸੀਂ ਉਹ ਦਿਖਾਓ ਨਾ, ਗੱਡੀ ਦਿਖਾਓ ਕਿ ਕਿਸ ਤਰ੍ਹਾਂ ਜਾ ਰਹੀ ਹੈ। ਮੈਂ ਤੁਹਾਨੂੰ ਦਿਖਾਣਾ ਗੱਡੀ ਸਾਡੀ ਜਿਹੜੀ ਹੈਗੀ ਆ, ਉਹ ਗੱਡੀ ਤੁਸੀਂ ਦੇਖੋ ਕਿਸ ਤਰ੍ਹਾਂ ਰੇਲਵੇ ਫਾਟਕ ਕ੍ਰਾਸ ਕਰ ਰਹੀ ਹੈਗੀ ਆ। ਕੈਸਾ ਇਹ ਆਟੋਮੈਟਿਕ ਰੇਲਵੇ ਫਾਟਕ ਹੈਗਾ ਵਾ ਕਿ ਇੱਥੇ ਕੋਈ ਮਤਲਬ ਕਿ ਕੋਈ ਕਿਸੇ ਕਿਸਮ ਦੀ ਕੋਈ ਮਤਲਬ ਫਾਟਕ ਹੁੰਦਾ ਉਹ ਨਹੀਂ ਲਗਾਇਆ ਗਿਆ ਹੈਗਾ। ਟ੍ਰੇਨ ਆਂਦੀ ਹੈ, ਟ੍ਰੇਨ ਕਿਸਮਤ ਨਾਲ ਆਂਦੀ ਹੈ ਇੱਥੇ, ਕਦੀ ਕਦੀ
ਤੇ ਬਦਕਿਸਮਤੀ ਅਗਰ ਕਿਸੇ ਦੀ ਹੋਵੇ ਨਾ ਤੇ ਆ ਜਾਂਦੀ ਹੁੰਦੀ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ। ਬਿਲਕੁਲ ਠੀਕ ਹੈ। ਪ੍ਰੋਗਰਾਮ ਦੇ ਬਾਰੇ ਤੁਸੀਂ ਪੁੱਛ ਰਹੇ ਸੋ, ਪ੍ਰੋਗਰਾਮ ਤੁਹਾਨੂੰ ਪਤਾ ਹੀ ਹੈ ਮੌਜ਼ਮ ਭਾਈ, ਸਾਡਾ ਪ੍ਰੋਗਰਾਮ ਜਿਹੜਾ ਉਹ ਆਮ ਪ੍ਰੋਗਰਾਮਸ ਤਰ੍ਹਾਂ ਨਹੀਂ ਹੁੰਦਾ। ਹਾਰਡਕੋਰ ਕ੍ਰਾਈਮਸ ਹੁੰਦੇ ਨੇ, ਕਤਲ ਹੁੰਦੇ ਨੇ, ਵਾਰਦਾਤਾਂ ਹੁੰਦੀਆਂ ਨੇ, ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਉਹ ਅਸੀਂ ਕਵਰ ਕਰਦੇ ਹਾਂ। ਬਿਲਕੁਲ। ਔਰ ਅੱਜ ਵੀ ਇੱਕ ਅਫਸੋਸਨਾਕ ਵਾਕਿਆ, ਇੱਕ ਬੱਚੀ ਨੂੰ ਜਿਹੜਾ ਨਾ ਉਹ ਫਾਇਰ ਲੱਗਾ ਹੈ, ਹਵਾਈ ਫਾਇਰਿੰਗ ਦੀ ਜ਼ਦ 'ਚ ਆਈ ਹੈ। ਬਿਲਕੁਲ। ਤੇ ਉਸ ਸਿਲਸਿਲੇ 'ਚ ਅਸੀਂ ਆਏ ਹੋਏ ਸਾਂ ਤੇ ਦੁੱਖ ਹੁੰਦਾ, ਤਕਲੀਫ ਹੁੰਦੀ। ਅਸੀਂ ਵੀ ਇਨਸਾਨ ਆ, ਅਸੀਂ ਵੀ ਲੋਕਾਂ ਨੂੰ ਮਿਲਦੇ ਹਾਂ ਤੇ ਸਾਨੂੰ ਵੀ ਅਸੀਂ ਫੀਲ ਕਰਦੇ ਹਾਂ ਸਾਰਾ ਕੁਝ ਜਿਹੜਾ ਲੋਕ ਮਹਿਸੂਸ ਕਰ ਰਹੇ ਹੁੰਦੇ ਨੇ। ਜੀ ਜੀ, ਤੁਸੀਂ ਵੇਖਿਆ ਹੋਣਾ ਕਿ ਫਾਟਕ ਤੇ ਬਣਾਇਆ ਗਿਆ, ਲੇਕਿਨ ਜਿਹੜੀ ਰੇਲਵੇ ਫਾਟਕ ਦੇ ਜ਼ਿਲ੍ਹੇ ਜਿਹੜੀ ਇੰਤਜ਼ਾਮੀਆਂ ਵਾ, ਸਾਡਾ ਇੱਕ ਮੈਸੇਜ ਇਹ ਆ ਕਿ ਇੱਥੇ ਕੋਈ ਫਾਟਕ ਲਗਾਇਆ ਜਾਵੇ ਤਾਂ ਕਿ ਜਿਹੜੇ ਪਿੰਡ ਵਾਲੇ ਲੋਕ ਇੱਥੋਂ ਗੁਜ਼ਰਨ 'ਚ ਕੋਈ ਮੁਸ਼ਕਲ ਨਾ ਆਵੇ। ਅੱਲਾ ਨਾ ਕਰੇ ਕੋਈ ਐਸਾ ਹਾਦਸਾ ਹੋ ਜਾਵੇ ਜਿਹਦੇ ਵਿੱਚ ਕਿਸੇ ਦੀ ਕੋਈ ਜਾਨੀ ਨੁਕਸਾਨ ਹੋ ਜਾਵੇ, ਕੋਈ ਮਾਲੀ ਨੁਕਸਾਨ ਹੋ ਜਾਵੇ, ਤੇ ਸਾਡੀ ਰਿਕੁਐਸਟ ਆ ਕਿ ਕੋਈ ਇੱਥੇ ਫਾਟਕ ਬਣਾਇਆ ਜਾਵੇ ਤਾਂ ਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਹੋਵੇ। ਪਿੰਡ ਦੇ ਪੰਪ ਤੇ ਪਹੁੰਚੇ ਆ ਤੇ ਪਿੰਡ ਦਾ ਪੰਪ ਤੇ ਤੁਹਾਨੂੰ ਮੈਂ ਦਿਖਾਣਾ ਵਾਂ ਕਿ ਪਿੰਡ ਦੇ ਰਸਤੇ 'ਚ ਗੁਜ਼ਰਦੇ ਪਏ ਸੀ ਤੇ ਪਿੰਡ ਦਾ ਪੰਪ ਰਾਹ ਵਿੱਚ ਆ ਗਿਆ ਤੇ ਪਿੰਡ ਦੇ ਪੰਪ ਤੇ ਪਹੁੰਚੇ ਤੇ ਪਿੰਡ ਦਾ ਪੰਪ ਵੇਖਿਆ ਤੇ ਨਾਲ ਤੁਹਾਨੂੰ ਮੈਂ ਦੱਸਾਂ ਕਿ ਇੱਕ ਬੜੀ ਵੱਡੀ ਜੀ ਮਸ਼ੀਨ ਕਿ ਜਿਹਨੂੰ ਪਤਾ ਨਹੀਂ ਹੁਣ ਕੀ ਕਹਿੰਦੇ ਹੈਗੇ, ਇਹ ਹੈਗਾ ਜੀ ਪਿੰਡ ਦਾ ਪੰਪ। ਤੁਸੀਂ ਵੇਖੋ ਕਿ ਪਿੰਡ ਦੇ ਵਿੱਚ ਹੀ ਬੜਾ VIP ਪੰਪ ਬਣਿਆ ਹੋਇਆ ਵਾ ਤੇ ਬੜਾ ਅੱਛੇ ਤਰ੍ਹਾਂ ਬਣਿਆ ਹੋਇਆ ਪੰਪ, ਤੇ ਜਿਹਦੇ ਤੇ ਲੋਕ ਆਂਦੇ ਪੈਟਰੋਲ ਡਲਵਾ ਰਹੇ ਆ ਤੇ ਜਾ ਰਹੇ ਆ। ਤੇ ਬਾਕੀ ਮੈਂ ਤੁਹਾਨੂੰ ਦੱਸਾਂ ਕਿ ਬੜੀ ਵੱਡੀ ਇੱਕ ਮਸ਼ੀਨ ਵੇਖੀ ਮੈਂ ਇੱਥੇ ਕਿ ਜਿਹੜੀ ਇਹ ਦੇਖੋ ਨਾ, ਇਹ ਮਸ਼ੀਨ, ਇਹ ਦੇਖੋ ਇਹ ਮਸ਼ੀਨ ਹੈਗੀ ਆ। ਮੈਂ ਤੁਹਾਨੂੰ ਦਿਖਾਣਾ ਵਾ ਕਿ ਮਸ਼ੀਨ ਦੇਖੋ ਕਿੱਡੀ ਵੱਡੀ ਮਸ਼ੀਨ ਹੈਗੀ ਆ, ਜਿਹੜੀ ਮੈਨੂੰ ਆਪ ਨਹੀਂ ਸਮਝ ਆਉਂਦੀ ਵੀ ਇਹ ਹੈ ਕਿਹੜੀ ਮਸ਼ੀਨ। ਪਿੰਡ ਪਹੁੰਚੇ ਸੀ ਤੇ ਅਸੀਂ ਰਾਸਤੇ 'ਤੇ ਗੁਜ਼ਰਦੇ ਇੱਕ ਪੰਪ 'ਤੇ ਖੜੇ ਹੋਏ ਸੀ ਤੇ ਦੇਖਿਆ ਕਿ ਬੜੀ ਵੱਡੀ ਇੱਕ ਮਸ਼ੀਨ ਖੜੀ ਹੈ। ਇਹ ਮਸ਼ੀਨ ਹੁਣ ਪਤਾ ਨਹੀਂ ਜੀ ਕਾਹਦੇ ਵਾਸਤੇ, ਅੱਲਾ ਬਿਹਤਰ ਜਾਣਦਾ। ਇੱਥੇ ਕੋਈ ਬੰਦਾ ਵੀ ਕੋਈ ਨਹੀਂ ਜਿਹਨੂੰ ਅਸੀਂ ਪੁੱਛੀਏ ਕਿ ਇਹ ਮਸ਼ੀਨ ਕਿਸ ਚੀਜ਼ ਵਾਸਤੇ ਆ, ਕੀ ਮਸ਼ੀਨ ਹੈਗੀ ਆ। ਤੁਸੀਂ ਦੇਖਦੇ ਹੋਣੇ ਕਿੱਡੀ ਵੱਡੀ ਮਸ਼ੀਨ ਹੈਗੀ ਆ। ਇਹ ਤਾਂ ਕੋਈ ਬੰਦੇ ਵੀ ਕੋਈ 10-15 ਚਲਾਉਂਦੇ ਹੋਣੇ ਇਹਨੂੰ, ਕਿਉਂਕਿ ਐਡੀ ਵੱਡੀ ਮਸ਼ੀਨ ਹੈਗੀ ਆ। ਤੁਸੀਂ ਦੇਖੋ ਕਿੱਡੀ ਵੱਡੀ ਮਸ਼ੀਨ ਆ। ਮੈਂ ਕਿੱਡੀ ਦੂਰ ਖਲੋ ਗਿਆ ਤੇ ਲੇਕਿਨ ਫਿਰ ਵੀ ਮਸ਼ੀਨ ਹਾਲੇ ਪੂਰੀ ਨਹੀਂ ਆਉਂਦੀ ਵੀ ਕੈਮਰੇ ਦੇ ਵਿੱਚ, ਅੱਗੋਂ ਪਿੱਛੋਂ ਚਾਰੇ ਪਾਸੋਂ ਮੈਂ ਦੇਖਦਾ ਪਿਆ ਕਿ ਐਡੀ ਵੱਡੀ ਮਸ਼ੀਨ ਹੈਗੀ ਆ ਤੇ ਹਾਲੇ ਤੱਕ ਕੈਮਰੇ ਮੇਰੇ 'ਚ ਪੂਰੀ ਨਹੀਂ ਆ ਰਹੀ ਹੈਗੀ, ਐਡੀ ਵੱਡੀ ਮਸ਼ੀਨ ਹੈਗੀ ਆ। ਪਤਾ ਨਹੀਂ, ਮੇਰਾ ਖਿਆਲ ਆ ਕਿ ਇਹ ਜਿਹੜੀ ਗੰਦਮ ਹੁੰਦੀ ਨਾ, ਗੰਦਮ ਉਹਨੂੰ ਕੱਟਣ ਵਾਸਤੇ ਹੁੰਦੀ ਆ। ਮਤਲਬ ਕਿ ਜਿਹੜੇ ਆ ਕਣਕ ਵਗੈਰਾ ਕੱਟਣ ਵਾਸਤੇ ਹੋਣੀ ਐਡੀ ਵੱਡੀ ਮਸ਼ੀਨ ਹੈਗੀ ਹੈ। ਤੇ ਚਲੋ ਕੋਈ ਅਗਰ ਬੰਦਾ ਮਿਲਦਾ ਤੇ ਉਹਨੂੰ ਪੁੱਛਦੇ ਹਾਂ ਕਿ ਮਸ਼ੀਨ ਦਾ ਕੀ ਚੱਕਰ ਹੈਗਾ, ਕੀ ਤਰੀਕਾਕਾਰ ਇਹਦੇ ਵਿੱਚ, ਕੀ ਰੌਲਾ ਵਾ, ਕਾਹਦੀ ਇਹ ਮਸ਼ੀਨ ਹੈਗੀ ਹੈ ਤੇ ਕਾਹਦੇ ਵਾਸਤੇ ਇਸਤੇਮਾਲ ਹੁੰਦੀ ਹੈ। ਤੇ ਚਲੋ ਚੱਲਦੇ ਅੱਗੇ। ਹੁਣ ਵਿੱਚ ਮੈਂ ਪਹੁੰਚਿਆ ਤੇ ਪੈਟਰੋਲ ਪੰਪ ਤੇ ਆਇਆ ਵਾਂ ਤੇ ਇੱਥੇ ਇੱਕ ਬਾਬਾ ਜੀ ਮੈਨੂੰ ਮਿਲੇ ਆ ਤੇ ਉਹਨਾਂ ਦੀ ਉਮਰ ਤਕਰੀਬਨ ਕਾਫੀ ਜ਼ਿਆਦਾ ਹੋਣੀ। ਅਸਲਾਮ ਵਾਲੇਕੁਮ ਬਾਬਾ ਜੀ। ਬਾਬਾ ਜੀ ਕੀ ਹਾਲ ਚਾਲ ਹੈ? ਤੇ ਬਾਬਾ ਜੀ ਤੁਹਾਡੀ ਤਬੀਅਤ ਠੀਕ ਠਾਕ ਹੈ? ਕਿੰਨੀ ਉਮਰ ਬਾਬਾ ਜੀ ਤੁਹਾਡੀ? 82 ਸਾਲ ਤੁਹਾਡੀ ਉਮਰ ਹੈ? ਅੱਛਾ। ਤੇ ਬਾਬਾ ਜੀ ਜਦੋਂ ਪਾਕਿਸਤਾਨ ਬਣਿਆ ਸੀਗਾ ਉਦੋਂ ਤੁਸੀਂ ਕਿੱਡੇ ਕੁ ਸੀਗੇ? ਉਦੋਂ ਮੈਂ 5-6 ਸਾਲ ਦਾ ਸਾਂ। 5-6 ਸਾਲ ਦੇ ਸੀ ਉਦੋਂ? ਹਾਂਜੀ। ਅੱਛਾ, ਠੀਕ ਹੋ ਗਿਆ। ਤੇ ਜਦੋਂ ਪਾਕਿਸਤਾਨ ਬਣਿਆ ਕੋਈ ਯਾਦ ਹੈ ਤੁਹਾਨੂੰ ਉਦੋਂ ਕੀ ਹੋਇਆ ਸੀਗਾ? ਪਾਰਟੀ ਉਧਰੋਂ ਪਾਰਟੀਆਂ ਇੱਧਰ ਆ ਗਈਆਂ, ਇੱਧਰੋਂ ਉਧਰ ਚਲੇ ਗਈਆਂ। ਅੱਛਾ। ਤੇ ਕੀ ਹਾਲਾਤ ਉਦੋਂ ਕਿਦਾਂ ਦੇ ਸੀ ਤੇ ਕੀ ਹੋਇਆ ਸੀ, ਕੋਈ ਯਾਦ ਆ ਕੋਈ ਕਿ ਨਹੀਂ ਕੁਝ ਯਾਦ? ਉਹ ਕਾਇਦੇ-ਆਜ਼ਮ ਨੇ ਕਰਾਰਦਾਦ ਦਿੱਤੀ ਸੀ। ਅੱਛਾ। ਤੇ ਮੁਸਲਮਾਨ ਦਾ ਵੱਖਰੇ ਮੁਲਕ ਬਣਾਇਆ ਜਾਵੇ ਤੇ ਹਿੰਦੂਆਂ ਦਾ ਵੱਖਰੇ। ਅੱਛਾ ਜੀ। ਉਹਦੇ ਵਿੱਚ ਉਹ ਕਰਾਰਦਾਦ ਉਹਦੀ ਪਾਸ ਹੋ ਗਈ ਇੰਦਰਾ ਗਾਂਧੀ ਦੇ ਅੱਗੇ। ਅੱਛਾ ਜੀ। ਤੇ ਇਹ ਪਾਕਿਸਤਾਨ ਦੀ ਇਜਾਜ਼ਤ ਦੇ ਦਿੱਤੀ ਵੀ ਠੀਕ ਹੈ ਮੁਸਲਮਾਨ ਉਹਨਾਂ ਦਿਲਿਆਂ 'ਚ। ਅੱਛਾ ਜੀ। ਤੇ ਹਿੰਦੂ ਜਿਹੜੇ ਨੇ ਉੱਥੋਂ ਉੱਠ ਕੇ ਇੱਥੇ ਆ ਜਾਣ ਤੇ ਇਹ ਉੱਥੇ ਜਾ। ਤੇ ਤੁਸੀਂ ਇੱਥੇ ਰਹਿੰਦੇ ਹੁੰਦੇ ਸੀ ਪਹਿਲੇ ਕਿ ਤੁਸੀਂ ਕਿਤੇ ਉਧਰ ਇੰਡੀਆ 'ਚ ਰਹਿੰਦੇ ਸੀਗੇ? ਨਹੀਂ ਜੀ, ਅਸੀਂ ਇੱਥੇ ਦੇ ਹਾਂ। ਸੰਨ 1898 ਦੇ ਵਿੱਚ ਅਸੀਂ ਇਹ ਜ਼ਮੀਨਾਂ ਸਾਨੂੰ ਮਿਲੀਆਂ। 1898 ਦੇ ਵਿੱਚ? ਹਾਂਜੀ। ਅੱਛਾ। ਤੇ 1999 ਦੇ ਵਿੱਚ 1899 ਦੇ ਵਿੱਚ ਅਸੀਂ ਇੱਥੇ ਆ ਗਏ ਹਾਂ, ਯਾਨੀ ਪਿੱਛੋਂ ਆਪਣੀ ਸ਼ਕਰਗੜ੍ਹ ਦੇ ਵਿੱਚੋਂ। ਅੱਛਾ ਜੀ। ਤੇ ਜਦੋਂ 1947 ਦੇ ਵਿੱਚ ਜਦੋਂ ਇੱਕ ਜੰਗ ਲੱਗੀ, ਜਦੋਂ ਹਿਜਰਤ ਕੀਤੀ, ਉਦੋਂ ਕਿਵੇਂ ਦੇ ਹਾਲਾਤ, ਮਤਲਬ ਉਦੋਂ ਕੋਈ ਲੜਾਈ ਝਗੜੇ ਇੱਥੇ ਕੋਈ ਹੋਏ ਸੀਗੇ? ਲੜਾਈ ਝਗੜੇ ਇੱਥੇ ਕੋਈ ਆ, ਮੇਰਾ ਮਤਲਬ ਐਵੇਂ ਗੰਦੋ ਗੋਪੋ ਬੰਦੇ ਜਿਹੜੇ ਨੇ ਉਹਨਾਂ ਨੇ ਆਪਣੇ ਪੇਟ ਵਾਸਤੇ ਵੀ ਇਹ ਸੋਨਾ ਲਈ ਜਾਂਦੇ ਨੇ। ਅੱਛਾ। ਆ ਫਲਾਣੀ ਚੀਜ਼ ਲਈ ਜਾਂਦੇ ਨੇ ਤੇ ਉਹ ਉੱਥੇ ਜਾ ਕੇ ਕਿਸੇ ਨੂੰ ਮਾਰ ਛੜਿਆ, ਬਾਹਰ ਜੜਿਆ। ਉਹ ਹੀ ਕਲਾ ਦਾ ਬਾਤ। ਅੱਛਾ। ਬਾਕੀ ਇੱਥੇ ਹਾਲਾਤ ਠੀਕ ਠਾਕ ਸੀਗੇ ਉਦੋਂ? ਹਾਲਾਤ। ਉਹ ਬਾਬਾ ਜੀ ਤੁਸੀਂ ਮਿਲੇ ਜੇ, ਬਾਬਾ ਜੀ ਹੋਰਾਂ ਦੀ ਉਮਰ 84 ਸਾਲ ਉਮਰ ਹੈਗੀ ਆ।
ਤੇ ਇਹ ਇੱਥੇ ਪੈਟਰੋਲ ਪੰਪ ਹੈਗਾ ਸੀ, ਅਸੀਂ ਇੱਥੇ ਖਲੋਤੇ ਤੇ ਸੀਗਾ। ਮੈਂ ਕਿਹਾ ਹਾਂਜੀ ਉਹ ਲਿਖਦੇ ਤੇ ਇੱਥੇ ਮੈਂ ਪਹੁੰਚਿਆ, ਮੈਂ ਕਿਹਾ ਬਾਬੇ ਹੋਰਾਂ ਕੋਲ ਪੁੱਛਦੇ ਆ ਬਾਬਾ ਜੀ ਦੀ, ਤੇ ਬਾਬਾ ਜੀ ਹੋਰਾਂ ਦਾ ਕੀ ਹਾਲ ਚਾਲ ਤੇ ਕਿੱਦਾਂ ਬਾਬਾ ਜੀ ਹੈਗੇ ਆ। ਤੇ ਤੁਸੀਂ ਦੇਖਿਆ ਹੋਣਾ ਬਾਬਾ ਦੀ 84 ਸਾਲ ਉਮਰ ਹੈ, ਤੇ ਜਦੋਂ ਪਾਕਿਸਤਾਨ ਇੰਡੀਆ ਦੀ ਜੰਗ ਲੱਗੀ ਸੀ, ਮਤਲਬ ਜਦੋਂ ਲਹਿਦਾ ਹੋਏ ਸੀਗੇ, ਤੇ ਉਦੋਂ ਬਾਬਾ ਜੀ ਹੋਰਾਂ 6 ਸਾਲ ਦੇ ਸੀ। ਤੇ ਆਓ ਹੁਣ ਅੱਗੇ ਚੱਲਦੇ ਹਾਂ। ਇਹਦੇ ਵਿੱਚ ਗੁਜ਼ਰਦਾ ਪਿਆ ਸੀ ਤਾਂ ਮੈਂ ਦੇਖਿਆ ਕਿ ਇੱਥੇ ਜਿਹੜੇ ਆ ਕਾਨੇ ਆ, ਜਿਹੜੇ ਕਾਨੇ ਛਿੱਲੇ ਜਾਂਦੇ ਪਏ ਆ, ਜਿਨ੍ਹਾਂ ਦੇ ਸ਼ਾਇਦ ਕੱਚੇ ਮਕਾਨ ਬਣਦੇ ਹੈਗੇ ਆ। ਤੇ ਪਤਾ ਨਹੀਂ ਹੁਣ ਇਹ ਕਿਸ ਵਾਸਤੇ, ਇਹ ਉਹਨਾਂ ਨੂੰ ਮੈਂ ਪੁੱਛਿਆ ਕਾਹਦੇ ਵਾਸਤੇ, ਤੇ ਕਹਿੰਦੇ ਕੱਚੇ ਮਕਾਨ ਬਣਦੇ ਇਸ ਵਾਸਤੇ ਆ। ਤੁਸੀਂ ਵੇਖੋ ਕਿ ਇਹ ਦੇਖੋ ਕਿੱਦਾਂ ਲੋਕ ਕਾਨੇ ਛਿਲਦੇ ਪਏ, ਕਾਨੇ ਛਿਲ ਕੇ ਬਣਾਉਂਦੇ ਪਏ। ਤੇ ਦੇਖੋ ਇੱਥੇ ਦੇ ਜਿਹੜੇ ਬੱਚੇ ਕਿਸ ਤਰ੍ਹਾਂ ਬੱਚੇ ਘੁੰਮਦੇ ਫਿਰਦੇ ਪਏ ਹੈਗੇ ਆ। ਤੇ ਇਹ ਉਹ ਕਾਨੇ ਆ ਜਿਹੜੇ ਇਹਨਾਂ ਨੇ ਛਿਲ ਕੇ ਤੇ ਇਕੱਠੇ ਕਰਕੇ ਰੱਖੇ ਹੋਏ ਹੈਗੇ ਆ। ਤੇ ਇਹ ਦੇਖੋ ਕਿਸ ਤਰ੍ਹਾਂ ਲੋਕ ਸਾਰੇ ਇੱਥੇ ਕਾਨੇ ਛਿਲ ਰਹੇ ਹੈਗੇ, ਛਿਲ ਕੇ ਤੇ ਆਪਣੀ ਰਿਜ਼ਕ ਕਮਾ ਰਹੇ। ਮਾੜੇ ਲੋਕ ਹੈਗੇ ਜਿਹੜੇ ਇੱਥੇ ਕਰ ਰਹੇ ਹੈਗੇ। ਅਸੀਂ ਥਾਣੇ ਪਹੁੰਚ ਗਏ ਹਾਂ, ਤੇ ਥਾਣੇ ਪਹੁੰਚ ਕੇ ਤੁਹਾਨੂੰ ਮੈਂ ਦਿਖਾਉਂਦਾ ਕਿ ਥਾਣਾ ਤੁਸੀਂ ਦੇਖੋ, ਇਹ ਥਾਣਾ ਸਤਿਆਣਾ ਥਾਣਾ ਵਾ। ਤੇ ਇਹਦਾ ਗੇਟ ਇਸ ਤਰ੍ਹਾਂ ਦਾ ਵਾ ਕਿ ਜਿਸ ਤਰ੍ਹਾਂ ਫਿਲਮਾਂ ਦੇ ਵਿੱਚ ਨਹੀਂ ਹੁੰਦੇ ਵੱਡੇ ਲੱਕੜ ਦੇ ਗੇਟ ਬਣਾਏ ਗਏ ਹੁੰਦੇ ਆ। ਤੇ ਥਾਣੇ ਦੇ ਵਿੱਚ ਅਸੀਂ ਆ ਗਏ ਹਾਂ, ਤੇ ਥਾਣੇ ਦੇ ਅੰਦਰ ਮੈਂ ਤੁਹਾਨੂੰ ਦਿਖਾਉਂਦਾ। ਅੰਦਰ ਉਹ ਦੇਖੋ ਗੇਟ ਦਾ ਕਿੱਦਾਂ ਦਾ ਹੈਗਾ ਵਾ।